ਹੈਲੋ ਸਟੂਡੈਂਟਸ, ਵੈਲਕਮ ਟੂ ਆਰ YouTube ਚੈਨਲ ਕੀ ਪੁਆਇੰਟ। ਸਵਾਗਤ ਹੈ ਤੁਹਾਡਾ ਅੱਜ ਦੇ ਸੈਸ਼ਨ ਵਿੱਚ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ETT ਕੈਡਰ ਦੀਆਂ ਜਿਹੜੀਆਂ 994 ਪੋਸਟਾਂ ਆਈਆਂ ਉਹਦੇ ਲਈ ਸਾਇੰਸ ਸੈਕਸ਼ਨ ਵਿੱਚ ਆਪਾਂ ਕੈਮੀਕਲ ਰਿਐਕਸ਼ਨ ਐਂਡ ਇਕੁਏਸ਼ਨਸ ਕੈਮਿਸਟਰੀ ਪਾਰਟ ਕਰ ਰਹੇ ਸੀਗੇ। ਸੋ ਸਟਾਰਟ ਕਰਦੇ ਹਾਂ ਅੱਜ ਦੇ ਡੇ 2 ਨਾਲ। ਉਮੀਦ ਹੈ ਜੋ ਆਪਾਂ ਡੇ 1 ਵਿੱਚ ਕੀਤਾ ਸੀ ਉਹ ਤੁਹਾਨੂੰ ਸਮਝ ਆ ਗਿਆ ਹੋਵੇਗਾ। ਸੋ ਸਟਾਰਟ ਕਰਦੇ ਹਾਂ ਆਪਾਂ ਅੱਜ ਦੇ ਸੈਸ਼ਨ ਨਾਲ। ਅੱਜ ਆਪਾਂ ਕਰਾਂਗੇ ਕੈਮੀਕਲ ਰਿਐਕਸ਼ਨਸ ਐਂਡ ਇਕੁਏਸ਼ਨਸ ਦੇ ਵਿੱਚ ਟਾਈਪਸ ਆਫ ਕੈਮੀਕਲ ਰਿਐਕਸ਼ਨਸ, ਵੀ ਰਿਐਕਸ਼ਨਸ ਦੀਆਂ ਜਿਹੜੀਆਂ ਕੈਮੀਕਲ ਰਿਐਕਸ਼ਨਸ ਹੈ ਉਹਨਾਂ ਦੀਆਂ ਕਿਹੜੀਆਂ ਟਾਈਪ ਹੈ। ਫਸਟ ਹੈ ਕੰਬੀਨੇਸ਼ਨ ਰਿਐਕਸ਼ਨ, ਦੀ ਰਿਐਕਸ਼ਨ ਇਨ ਵਿਚ 2 or more ਰਿਐਕਟੈਂਟਸ ਕੰਬਾਈਨ ਟੂ ਫੋਰਮ ਆ ਸਿੰਗਲ ਪ੍ਰੋਡਕਟ। ਇਹਦੇ ਵਿੱਚ ਕੰਬੀਨੇਸ਼ਨ ਰਿਐਕਸ਼ਨ ਵਿੱਚ ਕੀ ਹੁੰਦਾ ਹੈ, ਇਸ ਰਿਐਕਸ਼ਨ ਵਿੱਚ ਜਿਹੜੇ ਦੋ ਕੰਪਾਊਂਡ ਹੈ, ਦੋ ਰਿਐਕਟੈਂਟ ਹੈ। ਰਿਐਕਟੈਂਟ ਤੁਹਾਨੂੰ ਮੈਂ ਦੱਸਿਆ ਸੀ ਜਿਹੜੇ ਕਿਸੇ ਵੀ ਇੱਕ ਕੈਮੀਕਲ ਰਿਐਕਸ਼ਨ ਦੇ ਵਿੱਚ ਜਿਹੜੇ ਪਾਰਟ ਲੈਂਦੇ ਹੈ, ਦੋ ਚੀਜ਼ਾਂ ਪਹਿਲਾਂ ਵੀ ਆਪਾਂ ਐਗਜ਼ਾਮਪਲਸ ਕਰ ਚੁੱਕੇ ਹਾਂ। ਜਿਹੜੇ ਚੀਜ਼ਾਂ ਕੈਮੀਕਲ ਰਿਐਕਸ਼ਨਸ ਦੇ ਵਿੱਚ ਪਾਰਟ ਲੈਂਦੇ ਆ ਉਹ ਕੀ ਹੁੰਦੇ ਆ, ਰਿਐਕਟੈਂਟ ਹੁੰਦੇ ਆ। ਸੋ ਕੰਬੀਨੇਸ਼ਨ ਰਿਐਕਸ਼ਨ ਦੇ ਵਿੱਚ ਜੋ ਚੀਜ਼ਾਂ ਐਜ਼ ਆ ਰਿਐਕਟੈਂਟ ਕੰਮ ਕਰਨਗੀਆਂ ਉਹ ਅੱਗੇ ਜਾ ਕੇ ਇੱਕ ਸਿੰਗਲ ਪ੍ਰੋਡਕਟ ਵਿੱਚ ਬਣ ਜਾਣਗੀਆਂ। ਫੋਰ ਐਗਜ਼ਾਮਪਲ ਜਿਵੇਂ ਆਪਾਂ ਨੂੰ ਇੱਥੇ ਸਮਝਾਇਆ ਹੋਇਆ A+B ਅੱਗੇ ਜਾ ਕੇ ਕੀ ਬਣ ਜਾਊਗਾ, AB। ਜਿਹੜਾ A ਹੈ ਅਤੇ B ਹੈ, ਜਿਹੜਾ A ਹੈ ਅਤੇ B ਹੈ ਅੱਗੇ ਜਾ ਕੇ ਕੀ ਬਣ ਗਿਆ, AB। ਇਸ ਤਰ੍ਹਾਂ ਜਿਹੜਾ A ਅਤੇ B ਸੀਗਾ ਇਹ ਕੀ ਸੀ, ਰਿਐਕਟੈਂਟ ਸੀਗੇ, ਅਤੇ AB ਜਿਹੜਾ ਪ੍ਰੋਡਕਟ ਹੈ ਅੱਗੇ ਜਾ ਕੇ ਇੱਕ ਸਿੰਗਲ ਪ੍ਰੋਡਕਟ ਬਣ ਗਿਆ। ਦੇਖਦੇ ਹਾਂ ਆਪਾਂ ਕੁਝ ਐਗਜ਼ਾਮਪਲਸ। ਬਰਨਿੰਗ ਆਫ ਕੋਲ। ਬਰਨਿੰਗ ਆਫ ਕੋਲ ਕੀ ਹੁੰਦਾ, ਪਹਿਲਾਂ ਦੇਖੋ ਕਾਰਬਨ ਜਿਹੜਾ ਹੈ, ਕਾਰਬਨ ਇਨ ਪ੍ਰੈਜੈਂਸ ਆਫ ਆਕਸੀਜਨ, ਜਦੋਂ ਆਪਾਂ ਇਹਨੂੰ ਜਲਾਉਂਦੇ ਹਾਂ ਤਾਂ ਕੀ ਬਣ ਜਾਂਦਾ, CO2। CO2 ਇੱਕ ਗੈਸ ਹੈ। ਜਦੋਂ ਆਪਾਂ ਕਾਰਬਨ ਨੂੰ ਕੰਪਾਊਂਡ ਨੂੰ ਜਿਹੜਾ ਕੋਲਾ ਹੈ ਉਹ ਇੱਕ ਕਾਰਬਨ ਦੀ ਫੋਮ ਹੀ ਹੁੰਦਾ, ਉਹਨੂੰ ਆਕਸੀਜਨ ਦੀ ਪ੍ਰੈਜੈਂਸ ਦੇ ਵਿੱਚ ਆਪਾਂ ਜਦੋਂ ਜਲਾਉਂਦੇ ਹਾਂ ਤਾਂ ਕਾਰਬਨ ਡਾਈਆਕਸਾਈਡ ਗੈਸ ਨਿਕਲਦੀ ਹੈ, ਅਤੇ ਉਦੋਂ ਇਹ ਕੀ ਬਣ ਗਿਆ, ਇਹ ਕੀ ਹੋ ਗਿਆ, ਕੰਬਾਈਨ ਹੋ ਗਏ। ਦੋਨੇ ਜਿਹੜੇ ਰਿਐਕਟੈਂਟ ਹੈ ਇੱਕ ਪ੍ਰੋਡਕਟ ਵਿੱਚ ਆ ਗਏ ਅਤੇ ਦੋਨੇ ਕੀ ਹੋ ਗਏ, ਕੰਬਾਈਨ ਹੋ ਗਏ। ਨੈਕਸਟ ਹੈ ਫੋਰਮੇਸ਼ਨ ਆਫ ਵਾਟਰ। ਹਾਂਜੀ, ਪਾਣੀ ਕਿਵੇਂ ਬਣਦਾ ਹੈ, H2 ਜਦੋਂ H2 ਗੈਸ ਹੈ ਜਿਹੜੀ, ਜਦੋਂ H2 ਗੈਸ ਜਦੋਂ ਵਾਟਰ ਆਕਸੀਜਨ ਦੇ ਸੰਪਰਕ ਵਿੱਚ ਆਉਂਦੀ ਹੈ ਤਾਂ H2O ਬਣ ਜਾਂਦਾ ਹੈ। H2O ਯਾਨੀ ਵਾਟਰ ਬਣ ਜਾਂਦਾ ਹੈ। ਹਾਈਡਰੋਜਨ ਗੈਸ ਜਦੋਂ ਆਕਸੀਜਨ ਗੈਸ ਦੇ ਟੱਚ ਵਿੱਚ ਆਉਂਦੀ ਹੈ ਤਾਂ H2O ਜੋ ਕਿ ਵਾਟਰ ਹੈ ਇੱਕ ਲਿਕੁਇਡ ਫਾਰਮ ਵਿੱਚ ਆਪਣੇ ਐਜ਼ ਆ ਪ੍ਰੋਡਕਟ ਆਪਣੇ ਕੋਲ ਆ ਜਾਂਦਾ। ਹਾਂਜੀ ਸਟੂਡੈਂਟਸ, ਆਪਾਂ ਕਰ ਲਿਆ ਕੰਬੀਨੇਸ਼ਨ ਰਿਐਕਸ਼ਨ। ਕੰਬੀਨੇਸ਼ਨ ਰਿਐਕਸ਼ਨ ਮੈਂ ਤੁਹਾਨੂੰ ਫਿਰ ਇੱਕ ਵਾਰ ਦੱਸ ਦਿੰਦੀ ਹਾਂ। ਜਿਹੜੇ ਦੋ ਰਿਐਕਟੈਂਟ ਅੱਗੇ ਜਾ ਕੇ ਇੱਕ ਸਿੰਗਲ ਪ੍ਰੋਡਕਟ ਦੇ ਵਿੱਚ ਆਪਾਂ ਨੂੰ ਮਿਲਦੇ ਹਨ ਉਹ ਕੀ ਹੁੰਦੀ ਹੈ, ਕੰਬੀਨੇਸ਼ਨ ਰਿਐਕਸ਼ਨ। ਹੁਣ ਤੁਸੀਂ ਇੱਥੇ ਟੈਨਸ਼ਨ ਨਾ ਲਿਓ ਕਿ ਸਾਨੂੰ ਕੀ ਕਹਿੰਦੇ ਆ, ਜਿਹੜੀਆਂ ਐਗਜ਼ਾਮਪਲਸ ਹੈ ਐਜ਼ ਆ ਉਹਨਾਂ ਦੇ ਜਿਹੜੇ ਰਿਐਕਸ਼ਨਸ ਉਹ ਯਾਦ ਕਰਨੀਆਂ ਪੈਣਗੀਆਂ। ਕਈ ਸਟੂਡੈਂਟਸ ਕੈਮਿਸਟਰੀ ਤੋਂ ਇਸ ਕਰਕੇ ਡਰ ਜਾਂਦੇ ਆ ਕਿ ਉਹਨਾਂ ਨੂੰ ਲੱਗਦਾ ਵੀ ਇਹਦੇ ਵਿੱਚ ਜਿਹੜੀਆਂ ਸਾਰੀਆਂ ਰਿਐਕਸ਼ਨਸ ਆ ਯਾਦ ਕਰਨੀਆਂ ਪੈਣਗੀਆਂ। ਤੁਸੀਂ ਨੋਰਮਲੀ ਇੱਥੋਂ ਦੇਖੋ, ਤੁਹਾਨੂੰ ਖੁਦ ਨੂੰ ਦੇਖ ਕੇ ਹੀ ਪਤਾ ਲੱਗ ਜਾਏਗਾ ਵੀ ਇਹ ਕਿਹੜੀ ਰਿਐਕਸ਼ਨ ਹੈ। ਦੇਖੋ ਦੋ ਰਿਐਕਟੈਂਟ ਹੈ ਅੱਗੇ ਜਾ ਕੇ ਇੱਕ ਪ੍ਰੋਡਕਟ ਦੇ ਵਿੱਚ ਕਨਵਰਟ ਹੋ ਰਹੇ ਹੈ, ਇੱਥੋਂ ਸਾਫ਼ ਪਤਾ ਲੱਗ ਰਿਹਾ ਵੀ ਜਿਹੜੀ ਇਹ ਕੀ ਹੈ, ਕੰਬੀਨੇਸ਼ਨ ਰਿਐਕਸ਼ਨ ਹੈ। ਤੁਹਾਨੂੰ ਦੇਖਦਿਆਂ ਸਾਰੀ ਪਤਾ ਲੱਗ ਜੂਗਾ ਦੋ ਰਿਐਕਟੈਂਟ ਅੱਗੇ ਜਾ ਕੇ ਇੱਕ ਪ੍ਰੋਡਕਟ ਬਣ ਰਿਹਾ ਉਹ ਕੀ ਹੈਗਾ, ਇੱਕ ਕੰਬੀਨੇਸ਼ਨ ਰਿਐਕਸ਼ਨ। नेक्स्ट की अपना डिकम्पोजिशन रिएक्शन। इन दिस रिएक्शन अ कंपाउंड splits into 2 or more substances is called decomposition reaction। decomposition reaction ਵਿੱਚ ਕੀ ਹੁੰਦਾ ਹੈ, ਇੱਕ ਰਿਐਕਟੈਂਟ ਹੁੰਦਾ ਜੋ ਅੱਗੇ ਜਾ ਕੇ ਆਪਾਂ ਨੂੰ ਦੋ ਪ੍ਰੋਡਕਟ ਦਿੰਦਾ ਹੈ। ਇੱਕ ਰਿਐਕਟੈਂਟ ਅੱਗੇ ਜਾ ਕੇ ਆਪਾਂ ਨੂੰ ਦੋ ਪ੍ਰੋਡਕਟ ਦਿੰਦਾ ਹੈ ਉਹ ਕੀ ਹੁੰਦਾ, ਡੀਕੰਪੋਜੀਸ਼ਨ ਰਿਐਕਸ਼ਨ। ਡੀਕੰਪੋਜੀਸ਼ਨ ਰਿਐਕਸ਼ਨ ਦਾ ਮਤਲਬ ਹੈ ਟੁੱਟਣਾ। ਇਹ ਕੀ ਹੋ ਜਾਂਦਾ, ਡੀਕੰਪੋਜ਼ ਹੋ ਜਾਂਦੇ ਆ, ਟੁੱਟ ਜਾਂਦੇ ਆ। ਜਿਹੜਾ ਇੱਕ ਰਿਐਕਟੈਂਟ ਹੁੰਦਾ ਅੱਗੇ ਜਾ ਕੇ ਐਜ਼ ਆ ਦੋ ਪ੍ਰੋਡਕਟ ਦੇ ਵਿੱਚ ਟੁੱਟ ਜਾਂਦਾ ਹੈ। ਇੱਕ ਡੀਕੰਪੋਜੀਸ਼ਨ ਰਿਐਕਸ਼ਨਸ ਦੀਆਂ ਅੱਗੇ ਟਾਈਪ ਹੈ, ਥਰਮਲ ਡੀਕੰਪੋਜੀਸ਼ਨ ਰਿਐਕਸ਼ਨ, ਇਲੈਕਟ੍ਰੋਲਾਈਟਿਕ ਡੀਕੰਪੋਜੀਸ਼ਨ, ਫੋਟੋਲਿਸਿਸ ਡੀਕੰਪੋਜੀਸ਼ਨ। ਇਹ ਕੀ ਹੁੰਦੀਆਂ ਅੱਗੇ ਆਪਾਂ ਵਿਸਤਾਰਪੂਰਵਕ ਨਾਲ ਦੇਖਦੇ। ਫਸਟ ਦੇਖਦੇ ਹਾਂ ਥਰਮਲ ਡੀਕੰਪੋਜੀਸ਼ਨ ਰਿਐਕਸ਼ਨ। ਥਰਮਲ ਡੀਕੰਪੋਜੀਸ਼ਨ ਰਿਐਕਸ਼ਨ ਹੁੰਦੀ ਹੈ ਵੈਨ ਡੀਕੰਪੋਜੀਸ਼ਨ ਇਜ਼ ਕੈਰਿਡ ਆਊਟ ਬਾਏ ਹੀਟਿੰਗ। ਜਦੋਂ ਕੋਈ ਵੀ ਰਿਐਕਸ਼ਨ ਹੀਟ ਦੇ ਨਾਲ ਆਪਾਂ ਕਿਸੇ ਵੀ ਇੱਕ ਰਿਐਕਟੈਂਟ ਨੂੰ ਹੀਟ ਦੀ ਪ੍ਰੈਜੈਂਸ ਦੇ ਵਿੱਚ ਜਦੋਂ ਰਿਐਕਸ਼ਨ ਕਰਵਾਉਂਦੇ ਹਾਂ ਤਾਂ ਅੱਗੇ ਜਾ ਕੇ ਦੋ ਕੰਪਾਊਂਡਸ ਦੇ ਵਿੱਚ ਬਣ ਜਾਂਦੀ ਹੈ। ਇਹ ਕੀ ਹੋ ਜਾਂਦੀ ਹੈ, ਥਰਮਲ ਡੀਕੰਪੋਜੀਸ਼ਨ ਰਿਐਕਸ਼ਨ। ਥਰਮਲ ਯਾਨੀ ਹੀਟ, ਜੋ ਵੀ ਰਿਐਕਸ਼ਨ ਹੀਟ ਦੀ ਪ੍ਰੈਜੈਂਸ ਦੇ ਵਿੱਚ ਹੁੰਦੀ ਹੈ ਉਹ ਕੀ ਹੁੰਦੀ ਹੈ, ਥਰਮਲ ਡੀਕੰਪੋਜੀਸ਼ਨ ਰਿਐਕਸ਼ਨ। ਹੁਣ ਇੱਥੋਂ ਦੇਖੋ CaCO3 ਇੱਕ ਸੋਲਿਡ ਸਬਸਟੈਂਸ ਸੀਗਾ, ਇਹ ਇੱਕ ਰਿਐਕਟੈਂਟ ਸੀਗਾ। ਇਹ ਅੱਗੇ ਜਾ ਕੇ ਕੀ ਹੈ, ਦੋ ਪ੍ਰੋਡਕਟਸ ਦੇ ਵਿੱਚ ਕਨਵਰਟ ਹੋ ਗਿਆ, ਦੋ ਪ੍ਰੋਡਕਟਸ ਦੇ ਵਿੱਚ ਟੁੱਟ ਗਿਆ। ਇੱਕ ਕੀ ਬਣ ਗਿਆ CaO ਅਤੇ ਦੂਸਰੀ ਕੀ ਬਣ ਗਈ CO2 ਗੈਸ।
ਅੱਗੇ ਦੇਖਦੇ ਹਾਂ ਇਲੈਕਟ੍ਰੋਲਾਈਟਿਕ ਡੀਕੰਪੋਜੀਸ਼ਨ। ਵੈਨ ਡੀਕੰਪੋਜੀਸ਼ਨ ਇਜ਼ ਕੈਰਿਡ ਆਊਟ ਬਾਈ ਪਾਸਿੰਗ ਇਲੈਕਟ੍ਰਿਸਿਟੀ। ਜਦੋਂ ਕੋਈ ਵੀ ਇੱਕ ਡੀਕੰਪੋਜੀਸ਼ਨ ਰਿਐਕਸ਼ਨ ਜਦੋਂ ਇਲੈਕਟ੍ਰਿਸਿਟੀ ਪਾਸ ਕਰਨ 'ਤੇ ਹੁੰਦੀ ਹੈ ਉਹ ਕੀ ਹੁੰਦੀ ਹੈ, ਇਲੈਕਟ੍ਰੋਲਾਈਟਿਕ ਡੀਕੰਪੋਜੀਸ਼ਨ। ਦੇਖੋ ਜਦੋਂ ਵਾਟਰ ਹੈ, ਵਾਟਰ ਵਿੱਚ ਜਦੋਂ ਆਪਾਂ ਇਲੈਕਟ੍ਰਿਕ ਕਰੰਟ ਲੰਘਾ ਦਾਂਗੇ, ਇਲੈਕਟ੍ਰਿਕ ਕਰੰਟ ਜਿਹੜਾ ਪਾਸ ਆਊਟ ਕਰ ਦਾਂਗੇ, ਫਿਰ ਉਹ ਜਿਹੜੀ ਵਾਟਰ ਮੋਲੀਕਿਊਲਸ ਹੈ, ਆਪਾਂ ਨੂੰ ਪਤਾ ਵਾਟਰ ਗਰਮ ਹੋ ਜਾਏਗਾ, ਇਵੈਪੋਰੇਟ ਹੋ ਜਾਏਗਾ, ਉਹਦੇ ਵਿੱਚੋਂ ਕਿਹੜੀਆਂ ਕਿਹੜੀਆਂ ਗੈਸਿਸ ਨਿਕਲ ਗਈਆਂ, ਇੱਕ H2O ਗੈਸ ਨਿਕਲ ਗਈ, ਇੱਕ O2 ਗੈਸ ਨਿਕਲੂਗੀ। ਇੱਥੋਂ ਦੇਖੋ ਆਪਾਂ ਡੀਕੰਪੋਜੀਸ਼ਨ ਰਿਐਕਸ਼ਨ ਚੰਗੀਆਂ ਵਾਂਗੂ ਡਿਫਾਈਨ ਹੋਗੀ ਵੀ ਕੀ ਹੁੰਦੀ ਹੈ। ਡੀਕੰਪੋਜੀਸ਼ਨ ਯਾਨੀ ਟੁੱਟਣਾ। ਡੀਕੰਪੋਜੀਸ਼ਨ ਇੱਕ ਜਿਹੜਾ ਰਿਐਕਟੈਂਟ ਹੈ ਅੱਗੇ ਜਾ ਕੇ ਐਜ਼ ਆ ਦੋ ਪ੍ਰੋਡਕਟਸ ਦੇ ਵਿੱਚ ਸਾਨੂੰ ਮਿਲ ਜੇ, ਉਹ ਕੀ ਹੁੰਦੀ ਆ, ਡੀਕੰਪੋਜੀਸ਼ਨ ਰਿਐਕਸ਼ਨ। थर्ड है अपनी फोटोलिसिस डीकंपोजिशन। वैन डीकंपोजिशन इज कैरिड आउट इन प्रैजेंस ऑफ सनलाइट। ਜਦੋਂ ਕੋਈ ਡੀਕੰਪੋਜੀਸ਼ਨ ਰਿਐਕਸ਼ਨ ਇੱਕ ਸਨਲਾਈਟ ਦੀ ਪ੍ਰੈਜ਼ੈਂਸ ਦੇ ਵਿੱਚ ਹੁੰਦੀ ਹੈ ਉਹ ਕੀ ਹੁੰਦੀ ਹੈ, ਇੱਕ ਫੋਟੋਲਿਸਿਸ ਡੀਕੰਪੋਜੀਸ਼ਨ। ਫੋਟੋ ਮੀਨੇ ਲਾਈਟ, ਲਾਈਟ ਆਪਾਂ ਨੂੰ ਕਿੱਥੋਂ ਮਿਲਦੀ ਹੈ, ਸਨਲਾਈਟ ਤੋਂ। ਠੀਕ ਹੈ, ਇਹ AgCl ਇੱਕ ਕੰਪਾਊਂਡ ਆਪਾਂ ਨੂੰ ਕੋਲ ਸੋਲਿਡ ਹੋ ਗਿਆ। ਠੀਕ ਹੈ, ਇਹ ਸਨਲਾਈਟ ਦੀ ਪ੍ਰੈਜ਼ੈਂਸ ਦੇ ਵਿੱਚ ਜਦੋਂ ਆਪਾਂ ਰੱਖਿਆ ਇਹ ਕੀ ਬਣ ਗਿਆ, Ag ਤੇ Ag यानी सिल्वर ਤੇ क्लोराइड ਜਿਹੜਾ ਆਪਣੇ ਕੋਲੇ ਕੀ ਬਣ ਗਿਆ, ਸੋਲਿਡ ਫਾਰਮ 'ਚ ਮਿਲ ਗਿਆ। ਇੱਥੋਂ ਆਪਾਂ ਨੂੰ ਕੀ ਪਤਾ ਲੱਗ ਗਿਆ, ਜਿਹੜਾ ਇੱਕ ਰਿਐਕਟੈਂਟ ਸੀਗਾ ਉਹ ਅੱਗੇ ਜਾ ਕੇ ਦੋ ਪ੍ਰੋਡਕਟਸ ਦੇ ਵਿੱਚ ਕਨਵਰਟ ਹੋ ਗਿਆ, ਦੋ ਪ੍ਰੋਡਕਟਸ ਆਪਾਂ ਨੂੰ ਮਿਲ ਗਏ। ਅਬਵ ਰਿਐਕਸ਼ਨ ਇਜ਼ ਯੂਜ਼ਡ ਇਨ ਬਲੈਕ ਐਂਡ ਵਾਈਟ ਫੋਟੋਗ੍ਰਾਫੀ। ਜਿਹੜੀ ਇਹ ਵਾਲੀ ਰਿਐਕਸ਼ਨ ਹੈ ਇਹ ਕੀ ਬਲੈਕ ਐਂਡ ਵਾਈਟ ਜਿਹੜੀ ਫੋਟੋਗ੍ਰਾਫੀ ਹੁੰਦੀ ਸੀ ਪਹਿਲਾਂ ਪੁਰਾਣੇ ਜ਼ਮਾਨੇ ਵਿੱਚ, ਉਦੋਂ ਇਹ ਰਿਐਕਸ਼ਨ ਹੁੰਦੀ ਸੀ ਜਿਸ ਕਰਕੇ ਆਪਾਂ ਨੂੰ ਬਲੈਕ ਐਂਡ ਵਾਈਟ ਜਿਹੜੀਆਂ ਫੋਟੋਜ਼ ਆਪਾਂ ਨੂੰ ਮਿਲਦੀਆਂ ਸੀ। ਇਹ ਵੈਰੀ ਇੰਪੋਰਟੈਂਟ ਕੁਐਸਚਨ ਬਣ ਜਾਂਦਾ ਵੀ ਬਲੈਕ ਐਂਡ ਵਾਈਟ ਫੋਟੋਗ੍ਰਾਫੀ ਦੇ ਵਿੱਚ ਕਿਹੜੀ ਰਿਐਕਸ਼ਨ ਹੁੰਦੀ ਸੀ। ਇੱਕ ਤਾਂ ਆ ਵੀ ਕਹਿ ਸਕਦੇ ਹਾਂ ਫੋਟੋਲਿਸਿਸ ਡੀਕੰਪੋਜੀਸ਼ਨ। ਆਪਾਂ ਨੂੰ ਇਸ ਤਰ੍ਹਾਂ ਤਰੀਕੇ ਨਾਲ ਵੀ ਆ ਸਕਦਾ ਹੈ ਕੁਐਸਚਨ ਵੀ ਜਿਹੜਾ AgCl ਸਨਲਾਈਟ ਦੀ ਪ੍ਰੈਜ਼ੈਂਸ ਦੇ ਵਿੱਚ Ag+Cl2 ਇਹ ਰਿਐਕਸ਼ਨ ਕੀ ਹੈ, ਫੋਟੋਲਿਸਿਸ ਡੀਕੰਪੋਜੀਸ਼ਨ ਹੈ। ਤੇ ਇਹ ਰਿਐਕਸ਼ਨ ਕਿੱਥੇ ਯੂਜ਼ ਹੁੰਦੀ ਹੈ, ਇਹ ਰਿਐਕਸ਼ਨ ਯੂਜ਼ ਹੁੰਦੀ ਹੈ ਬਲੈਕ ਐਂਡ ਵਾਈਟ ਫੋਟੋਗ੍ਰਾਫੀ ਦੇ ਵਿੱਚ। ਨੈਕਸਟ ਟਾਈਪ ਆਫ ਆਪਣੀ ਜਿਹੜੀ ਰਿਐਕਸ਼ਨ ਹੈਗੀ ਹੈ ਡਿਸਪਲੇਸਮੈਂਟ ਰਿਐਕਸ਼ਨ। ਕੀ ਹੈ, ਡਿਸਪਲੇਸਮੈਂਟ ਰਿਐਕਸ਼ਨ ਦੀ ਰਿਐਕਸ਼ਨ ਇਨ ਵਿਚ ਮੋਰ ਰਿਐਕਟਿਵ ਐਲੀਮੈਂਟ ਡਿਸਪਲੇਸਿਸ ਲੈਸ ਰਿਐਕਟਿਵ ਐਲੀਮੈਂਟ ਫਰੋਮ ਇਟਸ ਸੋਲਿਊਸ਼ਨ। ਡਿਸਪਲੇਸਮੈਂਟ ਰਿਐਕਸ਼ਨ ਦਾ ਮਤਲਬ ਕੀ ਹੈ, ਇੱਕ ਜਿਹੜਾ ਰਿਐਕਟੈਂਟ ਹੈ ਉਹ ਦੂਸਰੇ ਰਿਐਕਟੈਂਟ ਨੂੰ ਡਿਸਪਲੇਸ ਕਰ ਦਿੰਦਾ ਹੈ। ਮਤਲਬ ਉਹਨੂੰ ਪੰਜਾਬੀ ਵਿੱਚ ਐਵੇਂ ਕਹਿ ਸਕਦੇ ਹਾਂ ਵੀ ਦੂਸਰੇ ਇੱਕ ਜਿਹੜਾ ਘੱਟ ਸ਼ਕਤੀਸ਼ਾਲੀ ਹੈ, ਇੱਕ ਜਿਹੜਾ ਵੱਧ ਸ਼ਕਤੀਸ਼ਾਲੀ ਆਪਣੇ ਕੋਲ ਐਲੀਮੈਂਟ ਹੈਗਾ ਉਹ ਘੱਟ ਸ਼ਕਤੀਸ਼ਾਲੀ ਐਲੀਮੈਂਟ ਨੂੰ ਧੱਕਾ ਮਾਰ ਦਿੰਦਾ ਹੈ, ਡਿਸਪਲੇਸ ਕਰ ਦਿੰਦਾ ਹੈ ਅਤੇ ਉਹਦੀ ਜਗ੍ਹਾ ਖੁਦ ਲੈ ਲੈਂਦਾ। ਇਸ ਨਾਲ ਕੀ ਹੋ ਜਾਂਦੀ ਹੈ, ਡਿਸਪਲੇਸਮੈਂਟ ਰਿਐਕਸ਼ਨ। ਫੋਰ ਐਗਜ਼ਾਮਪਲ ਆਪਾਂ ਦੇਖੀਏ ਜਿਹੜਾ Fe ਹੈ CuSO4 ਦੇ ਵਿੱਚ ਜਦੋਂ Fe ਨੂੰ ਪਾਇਆ ਤੇ FeSO4 ਬਣ ਗਿਆ, Cu ਬਾਹਰ ਨਿਕਲ ਗਿਆ। ਦੇਖੋ ਜਿਹੜਾ Fe ਸੀਗਾ ਆਇਰਨ ਸੀਗਾ ਉਹ ਕੋਪਰ ਤੋਂ ਜ਼ਿਆਦਾ ਰਿਐਕਟਿਵ ਸੀਗਾ, ਜ਼ਿਆਦਾ ਪਾਵਰਫੁਲ ਸੀਗਾ, ਜਿਸ ਕਰਕੇ ਉਹਨੇ ਕੋਪਰ ਨੂੰ ਕੀ ਕਰਤਾ, ਡਿਸਪਲੇਸ ਕਰਤਾ ਤੇ ਉਹਦੀ ਜਗ੍ਹਾ ਖੁਦ ਲੈ ਲਈ। ਦੇਖੋ ਇੱਥੇ CuSO4 ਸੀ, ਇੱਥੇ ਜਾ ਕੇ ਕੀ ਬਣ ਗਿਆ FeSO4 ਤੇ ਕੋਪਰ ਨੂੰ ਡਿਸਪਲੇਸ ਕਰਤਾ ਤੇ ਆਪਾਂ ਨੂੰ ਕੋਪਰ ਇੱਧਰ ਸਾਈਡ 'ਤੇ ਮਿਲ ਗਿਆ। ਇਹ ਇੱਕ ਐਕਸਪੈਰੀਮੈਂਟ ਵੀ ਹੈ, ਇਹਦੇ ਆਪਾਂ ਖੁਦ ਕਰਕੇ ਵੀ ਦੇਖ ਸਕਦੇ ਹਾਂ। ਦੇਖੋ ਆਇਰਨ ਦੀ ਜਿਵੇਂ ਜਦੋਂ ਆਪਾਂ ਕੋਈ ਆਇਰਨ ਨੇਲ ਲੈ ਲਈ, Fe ਯਾਨੀ ਆਇਰਨ ਦੀ ਨੇਲ ਜਦੋਂ ਲੈ ਲਈ ਉਦੋਂ ਆਪਾਂ ਕੋਪਰ ਸਲਫੇਟ ਦੇ ਸੋਲਿਊਸ਼ਨ ਦੇ ਵਿੱਚ ਪਾ ਦਾਂਗੇ ਜਦੋਂ, ਠੀਕ ਹੈ, ਜਦੋਂ ਕੋਪਰ ਸਲਫੇਟ ਦੇ ਸੋਲਿਊਸ਼ਨ ਵਿੱਚ ਪਾ ਦਾਂਗੇ ਤੇ ਜਿਹੜੀ ਬਾਅਦ 'ਚ ਆਪਾਂ ਨੂੰ ਜਿਹੜੀ ਰਿਐਕਸ਼ਨ ਕਰਕੇ ਜਿਹੜਾ ਬਾਅਦ 'ਚ ਆਪਾਂ ਨੂੰ ਇਕੱਲਾ ਕੀ ਮਿਲੂਗਾ, ਕੋਪਰ ਮਿਲੂਗਾ। ਬਟ ਜਿਹੜਾ ਆਇਰਨ ਸਲਫੇਟ ਹੈ ਉਹ ਕੀ ਹੈ, ਆਇਰਨ ਦੀ ਨੇਲ ਦੇ ਉੱਪਰ ਹੀ ਜੰਮ ਜੂਗਾ। ਦੇਖੋ ਪਹਿਲਾਂ ਇਹ ਚਮਕੀਲੀ ਨੇਲ ਹੋਊਗੀ ਆਇਰਨ ਦੀ, ਠੀਕ ਹੈ, ਜਦੋਂ ਆਪਾਂ ਇਹਨੂੰ ਨੀਲੇ ਘੋਲ ਵਿੱਚ ਪਾਵਾਂਗੇ, ਜਿਹੜਾ ਕੋਪਰ ਸਲਫੇਟ ਦੇ ਜਿਹੜੇ ਨੀਲੇ ਘੋਲ ਵਿੱਚ ਜਦੋਂ ਆਪਾਂ ਇਹਨੂੰ ਪਾਵਾਂਗੇ ਤਾਂ ਕੀ ਹੈ, ਇਹਦਾ ਕਲਰ ਕੀ ਹੈ, ਬਰਾਊਨਿਸ਼ ਕਲਰ ਹੋ ਜਾਏਗਾ। ਤੇ ਇਹ ਕੀ ਹੈ, ਆਇਰਨ ਸਲਫੇਟ, ਇਹ ਬਰਾਊਨਿਸ਼ ਕਲਰ ਇਹਦਾ ਕਿਉਂ ਹੋਏਗਾ, ਕਿਉਂਕਿ ਇਹਦੇ ਉੱਪਰ ਸਲਫੇਟ ਜੰਮ ਜਾਏਗਾ। ਆਇਰਨ ਤਾਂ ਨੇਲ ਖੁਦ ਹੈਗੀ ਹੈ, ਇਹਦੇ ਉੱਪਰ ਸਲਫੇਟ ਨਾਮ ਦਾ ਇੱਕ ਕੰਪਾਊਂਡ ਜੰਮ ਜਾਏਗਾ, ਜਿਸ ਕਰਕੇ ਕੀ ਹੋ ਜਾਊਗਾ, ਇਹ ਬਰਾਊਨਿਸ਼ ਕਲਰ ਦੀ ਹੋ ਜਾਊਗੀ। ਤੇ ਬਾਅਦ 'ਚ ਜਿਹੜੀ ਟੈਸਟ ਟਿਊਬ ਆਪਾਂ ਨੂੰ ਆਫਟਰ ਐਕਸਪੈਰੀਮੈਂਟ ਮਿਲੂਗੀ ਉਹਦੇ ਵਿੱਚ ਕੱਲੀ ਗ੍ਰੀਨਿਸ਼ ਕਲਰ ਦੀ, ਜਿਹੜੀ ਲਾਈਟ ਗ੍ਰੀਨਿਸ਼ ਕਲਰ ਦਾ ਆਪਾਂ ਨੂੰ ਇੱਕ ਐਲੀਮੈਂਟ ਮਿਲੂਗਾ, ਉਹ ਕੀ ਹੋਊਗਾ, ਕੋਪਰ ਹੋਊਗਾ ਕੱਲਾ। ਇਹ ਆਪਾਂ ਕਰਕੇ ਵੀ ਦੇਖ ਸਕਦੇ ਹਾਂ। ਇੱਥੋਂ ਆਪਾਂ ਨੂੰ ਪਤਾ ਲੱਗ ਗਿਆ ਡਿਸਪਲੇਸਮੈਂਟ ਰਿਐਕਸ਼ਨ ਕੀ ਹੁੰਦੀ ਹੈ। ਡਿਸਪਲੇਸਮੈਂਟ ਰਿਐਕਸ਼ਨ ਹੁੰਦੀ ਹੈ ਇੱਕ ਹਾਈਲੀ ਰਿਐਕਟਿਵ ਐਲੀਮੈਂਟ ਜਦੋਂ ਕਿਸੇ ਦੂਸਰੇ ਰਿਐਕਟਿਵ ਐਲੀਮੈਂਟ ਦੀ ਜਗ੍ਹਾ ਲੈ ਲੈਂਦਾ, ਉਹਨੂੰ ਡਿਸਪਲੇਸ ਕਰ ਦਿੰਦਾ ਤਾਂ ਕੀ ਹੋ ਜਾਂਦੀ ਹੈ, ਡਿਸਪਲੇਸਮੈਂਟ। फोर्थ टाइप ऑफ रिएक्शन अपने कोल की है डबल डिस्प्लेसमेंट रिएक्शन। डबल डिस्प्लेसमेंट रिएक्शन a reaction in which new compounds are formed by mutual exchange of ions between two compounds।
एक क्वेश्चन तो अपना इत्थों ही बन गया, जो कोई भी अपन क्वेश्चन आ जाए भी जदों आयन्स की एक्सचेंज नाल जिहड़ी रिएक्शन हुंदी है दो कंपाउंड्स दे विच, जदों आयन्स एक्सचेंज हुंदे उदों किहड़ी रिएक्शन हुंदी है, उदों हुंदी है डबल डिसप्लेसमेंट रिएक्शन। ठीक है, इस रिएक्शन विच की हुंदा, जिहड़े एलीमेंट हुंदे आ दो एलीमेंट जिवें ला लईए आपां, ਉਹ एक दूजे ਨੂੰ डिसप्लेस करके ਉਹਨਾਂ ਦੀ जगह ਲੈ ਲੈਂਦੇ ਆ। ਜਿਵੇਂ ਆਪਾਂ ਇੱਥੋਂ ਦੇਖੀਏ ਐਗਜ਼ਾਮਪਲਸ ਦੇ ਵਿੱਚ Na2SO4 ਦਾ ਇੱਕ ਸੋਲਿਊਸ਼ਨ ਸੀਗਾ, BaCl2 ਜਿਹਨੂੰ ਬੇਰੀਅਮ ਕਲੋਰਾਈਡ ਕਹਿੰਦੇ ਆ ਉਹਦਾ ਸੋਲਿਊਸ਼ਨ ਸੀਗਾ। ਜਿਹੜਾ Na2 ਸੋਡੀਅਮ ਸਲਫੇਟ ਸੀਗਾ, Na ਨੇ ਬੇਰੀਅਮ ਦੀ ਜਿਹੜੀ जगह ਲੈ ਲਈ, ਇੱਥੇ ਜਾ ਕੇ ਕੀ ਬਣ ਗਿਆ ਬੇਰੀਅਮ ਸਲਫੇਟ, ਤੇ ਬੇਰੀਅਮ ਨੇ ਜਿਹੜੀ ਹੈਗੀ ਆ ਉਹ ਸੋਡੀਅਮ ਦੀ ਜਿਹੜੀ ਜਗ੍ਹਾ ਲੈ ਲਈ, ਤੇ ਅੱਗੇ ਜਾ ਕੇ ਕੀ ਬਣ ਗਿਆ ਸੋਡੀਅਮ ਕਲੋਰਾਈਡ NaCl ਨੂੰ ਆਪਾਂ ਕੀ ਕਹਿੰਦੇ ਆ ਟੇਬਲ ਸਾਲਟ, ਜਿਹੜਾ ਕਾਮਨ ਸਾਲਟ ਆਪਣਾ ਹੁੰਦਾ ਜਿਹੜੀ ਆਪਾਂ ਘਰਾਂ ਵਿੱਚ ਵੀ ਯੂਜ਼ ਕਰਦੇ ਆ, ਉਹਦਾ ਫਾਰਮੂਲਾ ਕੀ ਹੁੰਦਾ NaCl, ਜਿਹਨੂੰ ਕੀ ਕਹਿੰਦੇ ਆ ਸੋਡੀਅਮ ਅਤੇ ਕਲੋਰਾਈਡ। ठीक है, इतों अपन समझ आ गया कि डबल डिसप्लेसमेंट की हुंदा है। डबल डिसप्लेसमेंट हुंदा है इहदे विच आयन्स का शेयर हुंदा। मोस्ट इंपोर्टेंट थिंग ये है कि इहदे विच की हुंदा आयन्स का शेयर हुंदा अते जिहड़े एलीमेंट हुंदे आ ओह डबल डिसप्लेस करदे आ, भी एक दूजे नूं धक्का भी मारदे आ ते दोने आयन्स एक दूजे नूं डिसप्लेस करदे आ ते दोने एक दूजे दी जगह लै लैंदे आ। ओह की हुंदी आ डबल डिसप्लेसमेंट रिएक्शन। उस तो बाद अपने को एक टर्म सीगी प्रेसिपिटेट की हुंदा, इट इज़ एन इनसोल्यूबल सॉलिड दैट इमर्जेस फ्रॉम अ लिक्विड सोल्यूशन। प्रेसिपिटेट हुंदा देखो जो कोई भी आप रिएक्शन करवा दें, जिवें टेस्ट ट्यूब्स च लै लो, मान लो कोई भी आप रिएक्शन करवाती, ठीक है, एक तो नीचे पानी बच गया अपने को, एक अपने पाउडर या जो कोई भी बच जाए जिहड़ी चीज़ इनसोल्यूबल होवे, जिहड़ी चीज़ आपां नूं दूरों विखे इनसोल्यूबल यानी उस पानी विच ना घुलण वाली, पानी विच जां लिक्विड विच कह सकते हैं आपां, लिक्विड विच जिहड़ी चीज़ नहीं घुलदी अते वो रिएक्शन दे विच आपां नूं साफ दिसदी है कोई पाउडर टाइप, वो की हुंदा प्रेसिपिटेट। फॉर एग्जाम्पल जिवें आपां लै लईए जिवें घरां विच अपने बैंटरे हुंदे आ, ठीक है, बैंटरे दे उपर वाइट जी चीज़ जम जाती है ना, तो नीचे तो हुंदा वो पानी है, पर देखो वाइट पाउडर एक हिसाब दा आपां जम्मिया जिहड़ी चीज़ कह सकते हैं, उहदे बैंटरे दे विच भी रिएक्शन हुंदी है, तो जिहड़ी वो चीज़ भी रिएक्शन हो गई फिर ही वो बाहर आई ना, प्रेसिपिटेट यानी पाउडर टाइप हुंदा है, जिहड़ा कि एक रिएक्शन दे विच आपां नूं साफ दिसदा है, पर वो पानी दे विच घुलिया नहीं हुंदा, इनसोल्यूबल हुंदा है। फिफ्थ टाइप ऑफ रिएक्शनस जिहड़ियां हुंदियां ये हुंदी है ऑक्सीडेशन ते रिडक्शन। ऑक्सीडेशन की हुंदा द एडिशन ऑफ ऑक्सीजन टू सबसटेंस, द रिमूवल ऑफ हाइड्रोजन फ्रॉम अ सबसटेंस। ऑक्सीडेशन दे विच की हुंदा भी कि कोई भी सबसटेंस नाल जिहड़ी की है ऑक्सीजन जुड़ जाती है, तो उहदे नाल जिहड़ा हाइड्रोजन लग्या हुंदा वो की हो जाता है रिमूव हो जाता है। ऑक्सीडेशन यानी एडिशन ऑफ ऑक्सीजन। ऑक्सीडेशन रिएक्शन दे विच जिहड़ी ऑक्सीजन जुड़ जाती है तो हाइड्रोजन रिमूव हो जाता है। जिहड़ा रिडक्शन है जस्ट इहदे ओपोजिट है, एडिशन ऑफ हाइड्रोजन अते रिमूवल ऑफ ऑक्सीजन। जिहड़ी रिडक्शन रिएक्शन यानी रिमूवल ऑफ ऑक्सीजन ते एडिशन ऑफ हाइड्रोजन। ऑक्सीडेशन यानी एडिशन ऑफ ऑक्सीजन ते रिमूवल ऑफ हाइड्रोजन। ऑक्सीडेशन इत्थों आप रट्टा ला सकते हैं, ओ तो स्टार्ट है यानी आपां की है ओ की है जोड़ देनी है, ओ तो स्टार्ट है तो आपां ओ जोड़ देनी है, तो एच जिहड़ा है बाहर कढ़ देना है। रिडक्शन रिड्यूस, इत्थों मान लो कि एच जिहड़ी है जोड़ देनी है तो ओ की है कढ़ देनी है। फॉर एग्जाम्पल आपां इत्थों देख लैंदे जिवें 2CO + O2, 2CO बन गया। इत्थे की है जिहड़ी ऑक्सीजन है देखो जुड़ रही है ना, ऑक्सीजन जुड़ रही है, तो किहड़ी रिएक्शन होगी, ये होगी ऑक्सीडेशन रिएक्शन। ठीक है, उस तो बाद जिहड़ी नीचे देखिए आपां, नीचे की है CuO + H2, इधर जाके कल्ला कॉपर रह रहा है तो H2O निकल रहा है, इत्थे की होगा, ये जिहड़ी रिएक्शन है ये रिडॉक्स रिएक्शन है। किहड़ी रिएक्शन है, रिडॉक्स रिएक्शन। रिडॉक्स रिएक्शन देखो, रिडॉक्स रिएक्शन उदों हुंदी है जदों ऑक्सीडेशन ते रिडक्शन दोने साइमल्टेनियसली हुंदियां, दोने इक्को टाइम हो जाण, उदों की हुंदी है रिडॉक्स रिएक्शन। हुण देखो रिडॉक्स रिएक्शन इहदे च देखो Cu सीगा, इधर O की है रिमूव हो रहा है, ठीक है, रिमूव भी हो रहा है, बट इधर देखो H2 है तो O भी जिहड़ा हैगा इहदे नाल एडिट हो रहा है, O दा की है एडिशन हो रहा है, इस करके किहड़ी रिएक्शन है, ये रिडॉक्स रिएक्शन है।
हाँ जी स्टूडेंट्स, ये सीगियां ਜਿਹੜੀਆਂ ਆਪਣੀਆਂ ਕੈਮੀਕਲ ਰਿਐਕਸ਼ਨਸ ਦੀਆਂ ਟਾਈਪਸ। ਅੱਗੋਂ ਕੁਝ ਇਹੋ ਜਿਹੀਆਂ ਰਿਐਕਸ਼ਨਸ ਨੇ ਜਿਹੜੀਆਂ ਕਿ ਆਪਾਂ ਟੈਂਪਰੇਚਰ ਦੇ ਬੇਸ 'ਤੇ ਡਿਫਾਈਨ ਕਰਦੇ ਹਾਂ। Chemical reactions also classify on the basis of temperature. First हैगी है exothermic reaction. Reaction in which heat is released along with formation of product called exothermic reaction. ਐਗਜ਼ੋਥਰਮਿਕ ਰਿਐਕਸ਼ਨ ਉਹ ਰਿਐਕਸ਼ਨ ਹੁੰਦੀ ਹੈ ਜਦੋਂ ਕੋਈ ਵੀ ਰਿਐਕਸ਼ਨ ਹੋ ਰਹੀ ਹੈ, ਠੀਕ ਹੈ, ਕੋਈ ਵੀ ਪ੍ਰੋਡਕਟ ਬਣ ਰਿਹਾ ਉਹਦੇ ਦੇ ਨਾਲ ਕੀ ਹੈ, ਹੀਟ ਵੀ ਬਾਹਰ ਆ ਰਹੀ ਹੈ, ਹੀਟ ਰਿਲੀਜ਼ ਹੋ ਰਹੀ ਹੈ, ਉਹ ਕੀ ਰਿਐਕਸ਼ਨ ਹੋਏਗੀ, ਐਗਜ਼ੋਥਰਮਿਕ ਰਿਐਕਸ਼ਨ। ਫੋਰ ਐਗਜ਼ਾਮਪਲ ਬਰਨਿੰਗ ਆਫ ਨੈਚੁਰਲ ਗੈਸ, ਠੀਕ ਹੈ, ਨੈਚੁਰਲ ਗੈਸ ਕਿਹੜੀ ਹੁੰਦੀ ਹੈ, ਮਿਥੇਨ ਤੇ ਆਕਸੀਜਨ ਜਦੋਂ ਇਹਨਾਂ ਦੀ ਕੰਬਸ਼ਨ ਹੁੰਦੀ ਹੈ, ਯਾਨੀ ਜਦੋਂ ਇਹ ਬਲਦੇ ਹੈ ਤਾਂ ਆਪਾਂ ਨੂੰ ਕੀ ਹੈ, ਕਾਰਬਨ ਡਾਈਆਕਸਾਈਡ ਗੈਸ ਦੇ ਨਾਲ ਵਾਟਰ ਮੋਲੀਕਿਊਲਸ ਦੇ ਨਾਲ ਕੀ ਕਰਦੇ ਆ, ਹੀਟ ਵੀ ਪ੍ਰੋਵਾਈਡ ਕਰਦੇ ਆ। ਇਹੋ ਜਿਹੀਆਂ ਰਿਐਕਸ਼ਨਸ ਜਿਹਦੇ ਵਿੱਚ ਜਿਹੜੀ ਪੂਰੇ ਪ੍ਰੋਡਕਟ ਵੀ ਫੋਰਮ ਹੋ ਰਿਹਾ ਅਤੇ ਆਪਾਂ ਨੂੰ ਕੀ ਹੈ, ਹੀਟ ਵੀ ਮਿਲ ਰਹੀ ਹੈ, ਹੀਟ ਬਾਹਰ ਨਿਕਲ ਰਹੀ ਹੈ, ਉਹ ਕੀ ਹੋਏਗੀ, ਇੱਕ ਐਗਜ਼ੋਥਰਮਿਕ ਰਿਐਕਸ਼ਨ। ਨੈਕਸਟ ਟਾਈਪ ਆਫ ਹੈਗੀ ਹੈ ਐਂਡੋਥਰਮਿਕ ਰਿਐਕਸ਼ਨ। ਦੀ ਰਿਐਕਸ਼ਨ ਵਿਚ ਰਿਕੁਆਇਰਸ ਐਨਰਜੀ in the form of heat, light and electricity called endothermic reactions. ਇਹ ਜਿਹੜੀ ਰਿਐਕਸ਼ਨ ਹੈ ਇਹ ਐਗਜ਼ੋਥਰਮਿਕ ਦੇ ਬਿਲਕੁਲ ਓਪੋਜ਼ਿਟ ਹੁੰਦੀ ਹੈ। ਦੇਖੋ ਐਗਜ਼ੋਥਰਮਿਕ ਰਿਐਕਸ਼ਨ ਦੇ ਵਿੱਚ ਆਪਾਂ ਨੂੰ ਕੀ ਹੈ, ਹੀਟ ਆਪਾਂ ਨੂੰ ਮਿਲ ਰਹੀ ਹੈ, ਬਟ ਐਂਡੋਥਰਮਿਕ ਰਿਐਕਸ਼ਨਸ ਉਹ ਰਿਐਕਸ਼ਨ ਹੁੰਦੀ ਹੈ ਜਿਹਦੇ ਵਿੱਚ ਆਪਾਂ ਨੂੰ ਹੀਟ ਦੇਣੀ ਪੈਂਦੀ ਹੈ, ਫਿਰ ਜਾ ਕੇ ਕਿਤੇ ਉਹ ਰਿਐਕਸ਼ਨ ਹੁੰਦੀ ਹੈ, ਉਹ ਕਿਹੜੀ ਹੁੰਦੀ ਹੈ, ਐਂਡੋਥਰਮਿਕ ਰਿਐਕਸ਼ਨ। ਐਗਜ਼ੋਥਰਮਿਕ ਰਿਐਕਸ਼ਨ ਜਿਹੜੀ ਜੀ ਆਪਾਂ ਨੂੰ ਹੀਟ ਮਿਲ ਰਹੀ ਹੈ ਅਤੇ ਐਂਡੋਥਰਮਿਕ ਜਿਹਦੇ ਵਿੱਚ ਆਪਾਂ ਹੀਟ ਪ੍ਰੋਵਾਈਡ। ਨੈਕਸਟ ਹੈ ਇਫੈਕਟ ਆਫ ਆਕਸੀਡੇਸ਼ਨ ਇਨ ਆਰ ਡੇਲੀ ਲਾਈਫ। ਜਿਹੜੀਆਂ ਆਕਸੀਡੇਸ਼ਨ ਜਿਹੜੀ ਰਿਐਕਸ਼ਨ ਹੁੰਦੀ ਹੈ ਉਹਦੇ ਆਪਣੇ ਡੇਲੀ ਲਾਈਫ ਦੇ ਵਿੱਚ ਕੀ ਰੋਲ ਹੈ। ਫਸਟ ਹੈ ਕੋਰੋਜ਼ਨ ਕੀ ਹੁੰਦੀ ਹੈ, ਖਾਰ ਲੱਗ ਜਾਣਾ, ਜਿਵੇਂ ਆਪਾਂ ਕਹਿੰਦੇ ਜੰਗ ਲੱਗ ਜਾਣਾ, ਇਹ ਜਿਹੀ ਜਿਹੜੀ ਚੀਜ਼ ਹੈ ਕੋਰੋਜ਼ਨ ਹੁੰਦੀ ਹੈ। ਅੱਗੇ ਦੇਖਦੇ ਹਾਂ, ਵੈਨ ਏ ਮੈਟਲ ਇਜ਼ ਐਕਸਪੋਜ਼ਡ ਟੂ ਸਬਸਟਾਂਸ ਸਚ ਐਜ਼ ਮੋਇਸਚਰ, air, water, acid, etc. For some time, a layer of oxide is formed which weakens the metal, hence metal said to be corrode. ਜਦੋਂ ਕੋਈ ਵੀ ਇੱਕ ਮੈਟਲ ਸਬਸਟਾਂਸ ਉਹਨੂੰ ਆਪਾਂ ਏਅਰ ਦੇ ਵਿੱਚ, ਮੋਇਸਚਰ ਦੇ ਵਿੱਚ, ਏਅਰ ਦੇ ਵਿੱਚ ਰੱਖ ਦਿੰਦੇ ਹਾਂ ਜਾਂ ਵਾਟਰ ਦੇ ਵਿੱਚ ਰੱਖ ਦਿੰਦੇ ਹਾਂ ਜਾਂ ਐਸਿਡ ਦੇ ਕੰਟੈਕਟ ਵਿੱਚ ਆ ਜਾਂਦਾ ਅਤੇ ਉਹਦੇ ਉੱਪਰ ਇੱਕ ਲੇਅਰ ਆਫ ਆਕਸਾਈਡ, ਇੱਕ ਆਕਸੀਜਨ ਦੀ ਜਿਹੜੀ ਆਕਸਾਈਡ ਦੀ ਜੇ ਇੱਕ ਲੇਅਰ ਬਣ ਜਾਂਦੀ ਹੈ ਜਿਹੜੇ ਕਿ ਉਸ ਮੈਟਲ ਨੂੰ ਵੀਕ ਕਰ ਦਿੰਦੇ ਹੈ ਅਤੇ ਜਿਹੜਾ ਮੈਟਲ ਹੈ ਕਰੋਡ ਹੋ ਜਾਂਦਾ, ਮਤਲਬ ਉਹ ਮੈਟਲ ਨੂੰ ਖੋਰ ਲੱਗ ਜਾਂਦੀ ਹੈ। ਫਸਟ ਹੈ ਰਸਟਿੰਗ ਆਫ ਆਇਰਨ ਯਾਨੀ ਲੋਹੇ ਨੂੰ ਕੀ ਕਹਿੰਦੇ ਆ, ਜੰਗ ਲੱਗਣਾ, ਇਹ ਵੀ ਕੀ ਇੱਕ ਕੋਰੋਜ਼ਨ ਦਾ ਐਗਜ਼ਾਮਪਲ ਹੈ। ਉਸ ਤੋਂ ਬਾਅਦ ਬਲੈਕ ਕੋਟਿੰਗ ਆਫ ਸਿਲਵਰ। ਆਪਾਂ ਨੂੰ ਪਤਾ ਜਿਹੜੇ ਸਿਲਵਰ ਦੇ ਬਰਤਨ ਹੈ ਉਹ ਬਾਅਦ 'ਚੋਂ ਹੌਲੀ ਹੌਲੀ ਕੀ ਕਾਲੇ ਹੋਣ ਲੱਗ ਜਾਂਦੇ ਆ, ਉਹ ਵੀ ਕੀ ਇੱਕ ਕੋਰੋਜ਼ਨ ਦਾ ਆਪਣੇ ਕੋਲ ਟਾਈਪ ਹੈ। ਨੈਕਸਟ ਹੈ ਗ੍ਰੀਨ ਕੋਟਿੰਗ ਆਫ ਕੋਪਰ। ਆਪਾਂ ਨੂੰ ਪਤਾ ਕੋਪਰ ਦੇ ਜਿਹੜੇ ਬਰਤਨ ਆ, ਪਿੱਤਲ ਦੇ ਜਿਹੜੇ ਬਰਤਨ ਆ ਗ੍ਰੀਨ ਕਲਰ ਦੇ ਹੋਣ ਲੱਗ ਜਾਂਦੇ ਆ, ਉਹ ਵੀ ਕੀ ਇੱਕ ਕੋਰੋਜ਼ਨ ਹੀ ਹੁੰਦੀ ਹੈ। ਕੋਰੋਜ਼ਨ ਯਾਨੀ ਖੋਰ ਲੱਗ ਜਾਣਾ। ਸਿਲਵਰ ਆਪਾਂ ਨੂੰ ਪਤਾ ਸਿਲਵਰ ਦੇ ਜਿਹੜੇ ਆਪਣੇ ਭਾਂਡੇ ਹੁੰਦੇ ਆ, ਉਹ ਕਾਲੇ, ਜਦੋਂ ਜ਼ਿਆਦਾ ਦੇਰ ਆਪਾਂ ਯੂਜ਼ ਕਰ ਲਈਏ ਜਾਂ ਜ਼ਿਆਦਾ ਦੇਰ ਕੀ ਕਹਿੰਦੇ ਉਹਨੂੰ ਮਾਂਜੀਏ ਨਾ ਜਾਂ ਉਹਨਾਂ ਨੂੰ ਸਾਫ਼ ਨਾ ਕਰੀਏ, ਐਵੇਂ ਪਾਣੀ 'ਚ ਪਏ ਰਹਿਣ, ਉਹ ਕੀ ਹੋ ਜਾਂਦੇ ਆ, ਬਲੈਕ ਹੋ ਜਾਂਦੇ ਆ। ਅਤੇ ਜਿਹੜਾ ਆਇਰਨ ਹੈ ਉਹ ਵੀ ਆਪਾਂ ਨੂੰ ਪਤਾ ਜਦੋਂ ਉਹਦੇ 'ਤੇ ਪਾਣੀ ਲੱਗ ਜਾਂਦਾ, ਜਦੋਂ ਮੋਇਸਚਰ ਆ ਜਾਂਦਾ, ਕੋਈ ਐਸਿਡ ਵਗੈਰਾ ਕੋਈ ਵੀ ਰਿਐਕਸ਼ਨ ਹੁੰਦੀ ਹੈ ਤਾਂ ਉਹ ਕੀ ਹੋ ਜਾਂਦੇ ਆ, ਉਹ ਖਾਰੇ ਹੋਣ ਲੱਗ ਜਾਂਦੇ ਆ, ਉਹ ਕੀ ਖਰਾਬ ਹੋਣ ਲੱਗ ਜਾਂਦੇ ਆ, ਕਰੋਡ ਹੋਣ ਲੱਗ ਜਾਂਦੇ ਆ, ਉਹ ਕੀ ਹੈ, ਖਰਾਬ ਹੋਣ ਲੱਗ ਜਾਂਦੇ ਆ। ਉੱਥੇ ਲਿਖਿਆ ਨਾ ਹੈਂਸ ਮੈਟਲ ਸੈਡ ਟੂ ਬੀ ਕਰੋਡ, ਇਹ ਕੀ ਹੈ, ਮੈਟਲ ਨੂੰ ਵੀਕ ਕਰ ਦਿੰਦੇ ਆ। ਨੈਕਸਟ ਹੈ ਰੈਂਸੀਡਿਟੀ। The oxidation of fats and oils when exposed to air is known as rancidity. It leads to bad smell and bad taste of food. ਰੈਂਸੀਡਿਟੀ ਹੁੰਦਾ ਜਦੋਂ ਦੇਖੋ ਕੋਈ ਵੀ ਆਪਾਂ ਭੋਜਨ ਜਦੋਂ ਆਪਾਂ ਬਣਾ ਕੇ ਜੇਕਰ ਉਹਨਾਂ ਨੂੰ ਏਅਰ ਟਾਈਟ ਕੰਟੇਨਰਸ ਦੇ ਵਿੱਚ ਨਾ ਰੱਖੀਏ, ਆਪਾਂ ਨੂੰ ਪਤਾ ਜਿਹੜਾ ਆਪਾਂ ਕੋਈ ਵੀ ਭੋਜਨ ਜਿਵੇਂ ਬਿਸਕਿਟਸ ਹੁੰਦੇ ਆ ਜਾਂ ਚਿਪਸ ਵਗੈਰਾ ਜਿਹੜੇ ਆਪਾਂ ਲੈ ਕੇ ਆਉਂਦੇ ਹਾਂ, ਆਪਾਂ ਨੂੰ ਏਅਰ ਟਾਈਟ ਕੰਟੇਨਰਸ ਦੇ ਵਿੱਚ ਰੱਖਦੇ ਹਾਂ ਤਾਂ ਕਿ ਉਹ ਖ਼ਰਾਬ ਨਾ ਹੋਣ। ਜਦੋਂ ਆਪਾਂ ਉਹਨਾਂ ਨੂੰ ਖੁੱਲ੍ਹੇ ਛੱਡ ਦਿੰਦੇ ਹਾਂ ਉਹ ਕੀ ਸਿੱਲੇ ਜਿਹੇ ਹੋ ਜਾਂਦੇ ਆ, ਇੱਕ ਸਿੱਲਾਪਨ ਜਿਹੜਾ ਆ ਜਾਂਦਾ
ਉਹਨੂੰ ਹੀ ਰੈਂਸੀਡਿਟੀ ਕਹਿੰਦੇ ਆ। ਠੀਕ ਹੈ, ਉਹ ਕਿਉਂ ਹੁੰਦੀ ਹੈ? ਕਿਉਂਕਿ ਜਦੋਂ ਉਹਦੇ 'ਚ ਆਕਸੀਡੇਸ਼ਨ ਰਿਐਕਸ਼ਨਸ ਹੋ ਜਾਂਦੀਆਂ, ਜਿਸ ਕਰਕੇ ਜਿਹੜੇ ਫੈਟ ਐਂਡ ਆਇਲ ਹੈ ਉਹ ਆਕਸੀਜਨ ਦੇ ਕੰਟੈਕਟ ਵਿੱਚ ਜਦੋਂ ਆ ਜਾਂਦੇ ਆ ਤਾਂ ਉਦੋਂ ਕੀ ਹੋ ਜਾਂਦਾ, ਉਹ ਆਕਸੀਡੇਸ਼ਨ ਰਿਐਕਸ਼ਨ ਹੋ ਜਾਂਦੀ ਹੈ, ਜਿਸ ਕਰਕੇ ਵੀ ਉਹ ਕੀ ਹੈ, ਸਮੈਲ ਮਾਰਨ ਲੱਗ ਜਾਂਦੇ ਆ ਜਾਂ ਉਹਨਾਂ ਦਾ ਟੇਸਟ ਵੀ ਹੈ ਬਹੁਤ ਖ਼ਰਾਬ ਹੋ ਜਾਂਦਾ। ਠੀਕ ਹੈ, ਆਪਾਂ ਨੂੰ ਪਤਾ ਜਿਹੜੇ ਆਪਣੇ ਚਿਪਸ ਲੇਜ਼ ਲਾ ਲਓ ਜਾਂ ਚਿਪਸ ਦੇ ਜਿਹੜੇ ਪੈਕਟਸ ਹੁੰਦੇ ਆ, ਕੋਈ ਵੀ ਕੁਰਕਰੇ ਲਗਾ ਲਓ, ਉਹਨਾਂ ਵਿੱਚ ਏਅਰ ਫਿਲ ਕੀਤੀ ਜਾਂਦੀ ਹੈ। ਆਪਾਂ ਨੂੰ ਉਹ ਏਅਰ ਨਹੀਂ ਹੁੰਦੀ, ਉਹ ਕਿਹੜੀ ਗੈਸ ਹੁੰਦੀ ਹੈ? ਨਾਈਟ੍ਰੋਜਨ ਗੈਸ ਹੁੰਦੀ ਹੈ। ਆਪਾਂ ਨੂੰ ਇਹ ਮੋਸਟ ਇੰਪੋਰਟੈਂਟ ਕੁਐਸਚਨ ਵੀ ਬਣ ਸਕਦਾ ਵੀ ਜਿਹੜੇ ਚਿਪਸ ਦੇ ਪੈਕਟਸ ਆਉਂਦੇ ਆ ਜਾਂ ਕੋਈ ਵੀ ਪੈਕਟਸ ਆਪਾਂ ਈਟੇਬਲ ਫੂਡਸ ਦੇ ਜਿਹੜੇ ਆਪਣੇ ਪੈਕਟਸ ਆਉਂਦੇ ਆ ਵਿੱਚ ਕਿਹੜੀ ਗੈਸ ਹੁੰਦੀ ਹੈ? ਨਾਈਟ੍ਰੋਜਨ ਗੈਸ ਹੁੰਦੀ ਹੈ। ਅਤੇ ਜਿਹੜੀ ਕਰੋਜ਼ਨ ਹੈ ਇਹਨੂੰ ਆਪਾਂ ਕਿੱਦਾਂ ਰੋਕ ਸਕਦੇ ਹਾਂ? ਇਹਨੂੰ ਆਪਾਂ ਪੇਂਟਿੰਗ ਨਾਲ ਜਾਂ ਆਇਲ ਲਗਾ ਕੇ, ਠੀਕ ਹੈ, ਜਾਂ ਕੋਈ ਵੀ ਜਿਹੜਾ ਮੈਟਲ ਹੈ ਉਹਦੇ ਉੱਪਰ ਕੋਈ ਵੀ ਇੱਕ ਤਰ੍ਹਾਂ ਦੀ ਲੇਅਰ ਲਗਾ ਕੇ ਜਿਹੜੀ ਆਪਾਂ ਇਹਨੂੰ ਕਰੋਜ਼ਨ ਨੂੰ ਰੋਕ ਸਕਦੇ ਹਾਂ। ਜਿਵੇਂ ਆਪਾਂ ਨੂੰ ਪਤਾ ਆਪਣੇ ਘਰ ਵਿੱਚ ਜਿਹੜੇ ਆਇਰਨ ਦਾ ਜਿਵੇਂ ਗੇਟ ਹੀ ਲਗਾ ਲਓ, ਗੇਟ ਹੁੰਦਾ, ਆਪਾਂ ਨੂੰ ਜਦੋਂ ਉਹਨੂੰ ਪੇਂਟ ਕਰ ਦਿੰਦੇ ਉਹਨੂੰ ਜੰਗ ਨਹੀਂ ਲੱਗਦੀ ਨਾ, ਸੇਮ ਉਹੀ ਚੀਜ਼ ਹੁੰਦੀ ਹੈ। ਜਾਂ ਤਾਂ ਆਪਾਂ ਨੂੰ ਪੇਂਟ ਕਰ ਦਿੰਦੇ ਹਾਂ ਜਾਂ ਆਇਲ ਲਗਾ ਲੈਂਦੇ ਹਾਂ ਜਾਂ ਕੋਈ ਵੀ ਲੂਬਰੀਕੈਂਟ ਲਗਾ ਦਿੰਦੇ ਹਾਂ, ਜਿਹਦੇ ਕਰਕੇ ਜਿਹੜੀ ਕਰੋਜ਼ਨ ਹੈ ਉਹ ਰੁਕ ਸਕਦੀ ਹੈ। ਹਾਂਜੀ ਸਟੂਡੈਂਟ, ਇੱਥੋਂ ਮਤਲਬ ਕੀ ਕਹਿੰਦੇ ਆ, ਇਸ ਸੈਕਸ਼ਨ 'ਚੋਂ ਮੋਸਟ ਇੰਪੋਰਟੈਂਟ ਚਾਂਸ ਹੈਗੇ ਆ ਕੁਐਸਚਨ ਆਉਣ ਦੇ। ਐਗਜ਼ਾਮਪਲ ਆਫ ਐਗਜ਼ੋਥਰਮਿਕ ਰਿਐਕਸ਼ਨ ਇਨ ਆਰ ਡੇਲੀ ਲਾਈਫ, ਆਪਣੇ ਡੇਲੀ ਲਾਈਫ ਦੇ ਵਿੱਚ ਜਿਹੜੀ ਐਗਜ਼ੋਥਰਮਿਕ ਰਿਐਕਸ਼ਨਸ ਹੁੰਦੀਆਂ ਉਹ ਕਿਹੜੀਆਂ ਹੁੰਦੀਆਂ? ਫਸਟ ਹੈ ਬਰਨਿੰਗ ਆਫ ਕੈਂਡਲ। ਜਦੋਂ ਆਪਾਂ ਕਿਸੇ ਵੀ ਐਗਜ਼ੋਥਰਮਿਕ ਰਿਐਕਸ਼ਨ, ਦੇਖੋ ਐਗਜ਼ੋਥਰਮਿਕ ਰਿਐਕਸ਼ਨ ਦੇ ਵਿੱਚ ਕੀ ਸੀ, ਆਪਾਂ ਨੂੰ ਹੀਟ ਮਿਲ ਰਹੀ ਹੈ। ਦੇਖੋ ਜਦੋਂ ਕੋਈ ਵੀ ਇੱਕ ਕੈਂਡਲ ਬਰਨ ਹੋਊਗੀ, ਉਹਦੀ ਫਲੇਮ ਜਗੂਗੀ, ਆਪਾਂ ਨੂੰ ਹੀਟ ਮਿਲੂਗੀ ਨਾ, ਇਹ ਕੀ ਹੋਗੀ? ਐਗਜ਼ੋਥਰਮਿਕ ਰਿਐਕਸ਼ਨ। ਵਾਟਰ ਇਨ ਕੈਲਸ਼ੀਅਮ ਕਲੋਰਾਈਡ, ਦੇਖੋ ਆਪਾਂ ਨੂੰ ਪਤਾ ਕਲੀ ਨੂੰ ਜਦੋਂ ਆਪਾਂ ਪਾਣੀ ਵਿੱਚ ਘੋਲਦੇ ਹਾਂ ਉਦੋਂ ਕੀ ਹੁੰਦਾ, ਤੁਸੀਂ ਖੁਦ ਘੋਲ ਕੇ ਦੇਖ ਲਿਓ। ਕਲੀ ਨੂੰ ਜਦੋਂ ਆਪਾਂ ਪਾਣੀ ਵਿੱਚ ਘੋਲਦੇ ਹਾਂ ਨਾ, ਅਤੇ ਕੀ ਕਹਿੰਦੇ, ਉਹ ਬਹੁਤ ਜ਼ਿਆਦਾ ਹੀਟ ਪ੍ਰੋਡਿਊਸ ਹੋਣ ਲੱਗ ਜਾਂਦੀ ਹੈ। ਕਿਸੇ ਵੀ ਬਰਤਨ ਦੇ ਵਿੱਚ ਜਦੋਂ ਆਪਾਂ ਕਰਦੇ ਹਾਂ ਉਹ ਵੀ ਬਹੁਤ ਜ਼ਿਆਦਾ ਹੀਟ ਹੋ ਜਾਂਦਾ, ਬਹੁਤ ਜ਼ਿਆਦਾ ਗਰਮ ਹੋ ਜਾਂਦਾ। ਜਦੋਂ ਆਪਾਂ ਕਿਸ ਪਾਣੀ ਨੂੰ ਕਲੀ ਵਿੱਚ ਘੋਲਣਾ ਵੀ ਇੱਕ ਕੀ ਹੈ, ਐਗਜ਼ੋਥਰਮਿਕ ਰਿਐਕਸ਼ਨ ਦੀ ਕੀ ਹੈ, ਐਗਜ਼ਾਮਪਲ ਹੈ। ਰੈਸਪੀਰੇਸ਼ਨ, ਜਿਹੜਾ ਆਪਾਂ ਸਾਹ ਲੈਂਦੇ ਹਾਂ, ਸਾਹ ਲੈਣ ਦੀ ਪ੍ਰਕਿਰਿਆ ਵੀ ਇੱਕ ਐਗਜ਼ੋਥਰਮਿਕ ਰਿਐਕਸ਼ਨ ਹੈ। ਜੇ ਦੇਖੋ ਆਪਾਂ ਸਾਹ ਅੰਦਰ ਲੈਂਦੇ ਹਾਂ, ਸਾਹ ਬਾਹਰ ਛੱਡਦੇ ਹਾਂ, ਜਦੋਂ ਆਪਣੇ ਬਾਹਰ ਹਵਾ ਆ ਰਹੀ ਹੁੰਦੀ ਹੈ ਉਹ ਹਵਾ ਗਰਮ ਹੁੰਦੀ ਹੈ ਨਾ, ਦੇਖੋ ਉਹਦੇ 'ਚ ਐਗਜ਼ੋਥਰਮਿਕ ਯਾਨੀ ਆਪਾਂ ਨੂੰ ਹੀਟ ਬਾਹਰ ਮਿਲ ਰਹੀ ਹੈ, ਹੀਟ ਬਾਹਰ ਨਿਕਲ ਰਹੀ ਹੈ, ਉਹ ਕੀ ਚੀਜ਼ ਹੋ ਜਾਂਦੀ ਹੈ? ਐਗਜ਼ੋਥਰਮਿਕ ਰਿਐਕਸ਼ਨ। ਸੋ ਜਿਹੜੀ ਬਰਨਿੰਗ ਆਫ ਕੈਂਡਲ ਹੈ, ਵਾਟਰ ਇਨ ਕੈਲਸ਼ੀਅਮ ਕਲੋਰਾਈਡ ਹੈ, ਰੈਸਪੀਰੇਸ਼ਨ, ਜਿਹੜੀਆਂ ਇਹ ਕੀ ਹੈ, ਐਗਜ਼ੋਥਰਮਿਕ ਰਿਐਕਸ਼ਨ ਦੀਆਂ ਐਗਜ਼ਾਮਪਲਸ ਨੇ। ਨੈਕਸਟ ਹੈ ਐਗਜ਼ਾਮਪਲ ਆਫ ਐਂਡੋਥਰਮਿਕ ਰਿਐਕਸ਼ਨ ਇਨ ਆਰ ਡੇਲੀ ਲਾਈਫ। ਜਿਹੜੀਆਂ ਐਂਡੋਥਰਮਿਕ ਰਿਐਕਸ਼ਨਸ ਹੈ ਉਹਨਾਂ ਆਪਣੇ ਡੇਲੀ ਲਾਈਫ ਦੇ ਵਿੱਚ ਕਿਹੜੀਆਂ? ਫਸਟ ਹੈ ਮੈਲਟਿੰਗ ਆਫ ਆਈਸ। ਐਂਡੋਥਰਮਿਕ ਰਿਐਕਸ਼ਨ ਕਿਹੜੀਆਂ ਸੀ? ਐਂਡੋਥਰਮਿਕ ਜਿਹਦੇ ਲਈ ਆਪਾਂ ਨੂੰ ਹੀਟ ਦੇਣੀ ਪਊਗੀ। ਦੇਖੋ ਆਈਸ ਕਦੋਂ ਮੈਲਟ ਹੋਊਗੀ? ਜਦੋਂ ਆਪਾਂ ਨੂੰ ਹੀਟ ਦੇਵਾਂਗੇ। ਠੀਕ ਹੈ, ਕੋਈ ਵੀ ਆਈਸ ਕਿਊਬਸ ਹੈਗੇ, ਜਦੋਂ ਆਪਾਂ ਨੂੰ ਕਿਸੇ ਵੀ ਬਰਤਨ ਵਿੱਚ ਪਾ ਕੇ ਜਦੋਂ ਹੀਟ ਦੇਵਾਂਗੇ ਤਾਂ ਉਹ ਕੀ ਮੈਲਟ ਹੋਣ ਲੱਗ ਜਾਣਗੇ। ਮੈਲਟਿੰਗ ਆਫ ਸੋਲਿਡ, ਕੋਈ ਵੀ ਚੀਜ਼ ਸੋਲਿਡ ਹੈਗੀ ਆ, ਜਿਵੇਂ ਆਈਸ ਹੀ ਲਾ ਲਓ ਜਾਂ ਹੋਰ ਵੀ ਕੋਈ ਵੀ ਸੋਲਿਡ ਚੀਜ਼ ਹੈਗੀ ਹੈ, ਜਿਵੇਂ ਘਿਓ ਲਾ ਲਓ, ਆਪਾਂ ਉਹ ਸੋਲਿਡ ਫਾਰਮ 'ਚ ਹੋਊਗਾ। ਜਦੋਂ ਆਪਾਂ ਨੂੰ ਗਰਮ ਕਰਾਂਗੇ, ਉਹਨੂੰ ਹੀਟ ਦੇਵਾਂਗੇ, ਉਦੋਂ ਹੀ ਕੀ ਹੈ, ਉਹ ਮੈਲਟ ਹੋ ਜਾਏਗਾ। ਇਵੈਪੋਰੇਟਿੰਗ ਆਫ ਵਾਟਰ, ਐਵੈਪੋਰੇਟਿੰਗ ਆਫ ਵਾਟਰ ਪਤਾ ਆਪਾਂ ਨੂੰ, ਜਦੋਂ ਪਾਣੀ ਹੈ ਉਹਨੂੰ ਜਦੋਂ ਆਪਾਂ ਹੀਟ ਦੇਵਾਂਗੇ ਉਹ ਐਪੋਰੇਸ਼ਨ ਹੋਣ ਲੱਗ ਜੂਗੀ, ਉਬਲਣ ਲੱਗ ਜੂਗਾ, ਅਤੇ ਉਹਦੀ ਕੀ ਹੈ, ਵਾਸ਼ਪੀਕਰਨ ਹੋਣ ਲੱਗ ਜੂਗਾ। ਉਹ ਵੀ ਕੀ ਇੱਕ ਐਂਡੋਥਰਮਿਕ ਰਿਐਕਸ਼ਨ ਹੈ। ਮੈਲਟਿੰਗ ਆਫ ਕੈਂਡਲ, ਇਹ ਧਿਆਨ ਦੇਣ ਯੋਗ ਗੱਲ ਹੈ। ਜਿਹੜੀ ਬਰਨਿੰਗ ਆਫ ਕੈਂਡਲ ਹੈ ਉਹ ਕੀ ਹੈ, ਐਗਜ਼ੋਥਰਮਿਕ ਰਿਐਕਸ਼ਨ ਹੈ, ਬਟ ਮੈਲਟਿੰਗ ਆਫ ਕੈਂਡਲ ਦਾ ਮੈਲਟ ਹੋਣਾ ਉਹ ਕੀ ਹੈ, ਐਂਡੋਥਰਮਿਕ ਰਿਐਕਸ਼ਨ ਹੈ। ਦੇਖੋ ਕੈਂਡਲ ਮੈਲਟ ਕਦੋਂ ਹੋਊਗੀ? ਜਦੋਂ ਆਪਾਂ ਨੂੰ ਹੀਟ ਦੇਵਾਂਗੇ, ਪਰ ਕੈਂਡਲ ਜਲੂਗੀ ਤਾਂ ਆਪਾਂ ਨੂੰ ਹੀਟ ਦੇਊਗੀ। ਕੈਂਡਲ ਦਾ ਜਲਣਾ ਇੱਕ ਐਗਜ਼ੋਥਰਮਿਕ ਰਿਐਕਸ਼ਨ ਹੈ, ਬਟ ਕੈਂਡਲ ਦਾ ਪਿਘਲਣਾ, ਕੈਂਡਲ ਦਾ ਮੈਲਟ ਹੋਣਾ ਇੱਕ ਐਂਡੋਥਰਮਿਕ ਰਿਐਕਸ਼ਨ ਹੈ। ਇਹ ਕੁਐਸਚਨ ਵੈਰੀ ਇੰਪੋਰਟੈਂਟ ਹੈ, ਬਹੁਤ ਵਾਰ ਪੁੱਛਿਆ ਵੀ ਜਾ ਚੁੱਕਿਆ ਹੈ, ਅਤੇ ਕਈ ਵਾਰੀ ਬਹੁਤ ਸਾਰੇ ਸਟੂਡੈਂਟ ਕਨਫਿਊਜ਼ ਵੀ ਹੁੰਦੇ ਆ ਜਿਹੜਾ ਮੈਲਟਿੰਗ ਆਫ ਕੈਂਡਲ ਕੀ ਹੈ ਅਤੇ ਬਰਨਿੰਗ ਆਫ ਕੈਂਡਲ ਕੀ ਹੈ। ਇੱਥੋਂ ਯਾਦ ਕਰ ਲਿਓ। ਦੇਖੋ ਕੈਂਡਲ ਬਰਨ ਹੋਊਗੀ, ਆਪਾਂ ਨੂੰ ਹੀਟ ਦੇਊਗੀ, ਕੀ ਹੋਊਗੀ, ਐਗਜ਼ੋਥਰਮਿਕ ਰਿਐਕਸ਼ਨ ਹੈ। ਮੈਲਟਿੰਗ ਆਫ ਕੈਂਡਲ, ਦੇਖੋ ਕੈਂਡਲ ਨੂੰ ਮੈਲਟ ਕਰਨ ਵਾਸਤੇ ਆਪਾਂ ਨੂੰ ਹੀਟ ਦੇਣੀ ਪਊਗੀ, ਇਸ ਕਰਕੇ ਕੀ ਹੈ, ਐਂਡੋਥਰਮਿਕ ਰਿਐਕਸ਼ਨ ਹੈ। ਸੋ ਲਾਸਟ 'ਤੇ ਜਿਹੜਾ ਮੈਲਟਿੰਗ, ਬੋਇਲਿੰਗ ਐਂਡ ਇਵੈਪੋਰੇਸ਼ਨ ਜਿਹੜੀ ਹੈ ਜਨਰਲ ਆਰ ਐਂਡੋਥਰਮਿਕ ਪ੍ਰੋਸੈਸਿਸ। ਜਦੋਂ ਮੈਲਟ ਹੁੰਦੀ ਹੈ ਕੋਈ ਚੀਜ਼ ਬੋਇਲ ਹੁੰਦੀ ਹੈ, ਐਵੈਪੋਰੇਟ ਹੁੰਦੀ ਹੈ। ਦੇਖੋ ਮੈਲਟ ਕਰਨ ਵਾਸਤੇ ਵੀ ਆਪਾਂ ਨੂੰ ਹੀਟ ਦੇਣੀ ਪਊਗੀ, ਬੋਇਲ ਕਰਨ ਵਾਸਤੇ ਵੀ ਹੀਟ ਦੇਣੀ ਪਊਗੀ, ਐਵੈਪੋਰੇਟ ਕਰਨ ਵਾਸਤੇ ਵੀ ਹੀਟ ਦੇਣੀ ਪਊਗੀ। ਇਸ ਕਰਕੇ ਇਹ ਕਿਹੜੀਆਂ ਹੋ ਗਈਆਂ, ਐਂਡੋਥਰਮਿਕ ਪ੍ਰੋਸੈਸਿਸ ਹੋ ਗਈਆਂ। So thank you students, hope you like our class. So don't forget to like and share and subscribe our YouTube channel. Thank you.